किताब ते सिख भी निगलिया गया। लेखक कुलबीर सिंह कौड़ा। भाग 25वां। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। सिख धर्म विच औरत का दर्जा। हर धर्म ने जो भारत विच ते भारत तो बाहर भी पैदा होया ने औरत नूं नरक दा दवार कहा है ते हर पवाड़े दी जड़ मन्निया है। औरत लई अर्थी नूं मोढ़ा देना ते चिता नूं अग लाउणी मना है। सारे मंनदे हन कि औरत ही औरत दी दुश्मन हुंदी है ते भारत विच ते होर जिथे किते भी दाज प्रथा है उथे औरत ही औरत नूं तंग करदी ते तसीहे दे के दाज लियाउण लई कहिंदी है। मर्दां नालों वध औरत ही दूसरी औरत दी सुंदरता दी पछाण करदी है। ਤਾਂ ਹੀ ਤਾਂ ਪਿੰਡਾਂ ਵਿੱਚ ਕਿਸੇ ਦਾ ਵਿਆਹ ਹੋਵੇ ਤਾਂ ਔਰਤਾਂ ਜ਼ਰੂਰ ਹੀ ਵਹੁਟੀ ਵੇਖਣ ਜਾਂਦੀਆਂ ਹਨ। ਪਰ ਲੋਕਾਂ ਵਿੱਚ ਇਹ ਗੱਲਾਂ ਵੀ ਮਸ਼ਹੂਰ ਹਨ ਕਿ ਕੋਈ ਔਰਤ ਸੁੰਦਰ ਭਾਵੇਂ ਜਿੰਨੀ ਮਰਜ਼ੀ ਹੋਵੇ, ਜੇ ਉਹਨੂੰ ਖਾਣਾ ਬਣਾਉਣਾ ਨਾ ਆਉਂਦਾ ਹੋਵੇ ਤਾਂ ਉਹ ਬਿਨਾਂ ਸਿੰਗਾਂ ਤੇ ਬਿਨਾਂ ਪੂਛ ਦੇ ਮੱਝ ਵਰਗੀ ਹੁੰਦੀ ਹੈ। ਜੇ ਕਿਸੇ ਦੇ ਘਰ ਲੜਕੀ ਜਵਾਨ ਹੋਵੇ ਤੇ ਜੇ ਕੋਈ ਸਿਰ ਫਿਰਿਆ ਮੁੰਡਾ ਉਸ ਘਰ ਦੇ ਗੇੜੇ ਮਾਰਨੋਂ ਨਾ ਹਟੇ ਤਾਂ ਕਈ ਲੋਕ ਬੜੇ ਸਹਿਜ ਸੁਭਾਅ ਕਹਿੰਦੇ ਹਨ, ਘਰ ਵਿੱਚ ਬੇਰੀ ਹੋਵੇ ਤਾਂ ਵੱਟੇ ਤਾਂ ਵੱਜਣਗੇ। ਮਤਲਬ ਇਹ ਕਿ ਭਾਵੇਂ ਉਸ ਕੁੜੀ ਵਿਚਾਰੀ ਦਾ ਕਸੂਰ ਨਹੀਂ ਵੀ ਹੁੰਦਾ ਤਾਂ ਵੀ ਉਸ ਦੀ ਹੋਂਦ ਨੂੰ ਹੀ ਮੁਸੀਬਤ ਮੰਨ ਲਿਆ ਜਾਂਦਾ ਹੈ। ਔਰਤ ਨਾ ਤਾਂ ਜਨੇਊ ਪਹਿਨ ਸਕਦੀ ਹੈ ਤੇ ਨਾ ਹੀ ਇਸ ਦੀ ਸੁੰਨਤ ਹੋ ਸਕਦੀ ਹੈ। ਗੋਲਡਾ ਮਾਇਰ ਇਜ਼ਰਾਈਲ ਦੀ ਪ੍ਰਧਾਨ ਮੰਤਰੀ ਸੀ। ਜਦੋਂ ਇੰਦਰਾ ਗਾਂਧੀ ਨੂੰ ਇਜ਼ਰਾਈਲ ਦੇ ਇੱਕ ਮੰਦਰ ਜਿੱਥੇ ਇਸਤਰੀ ਦਾ ਪ੍ਰਵੇਸ਼ ਮਨਾ ਹੈ ਉੱਥੇ ਨਹੀਂ ਲਿਜਾਇਆ ਗਿਆ ਤਾਂ ਇੰਦਰਾ ਦੇ ਬਾਰ-ਬਾਰ ਕਹਿਣ ਕਾਰਨ ਮੰਦਰ ਦੇ ਬਾਹਰ ਇੱਕ ਛੱਜੇ ਜਿਹੇ ਤੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਤਾਂ ਉਸਨੇ ਸਮਝਿਆ ਕਿ ਸ਼ਾਇਦ ਪ੍ਰਧਾਨ ਮੰਤਰੀ ਹੋਣ ਕਰਕੇ ਉਸ ਦਾ ਵਿਸ਼ੇਸ਼ ਸਤਿਕਾਰ ਕੀਤਾ ਗਿਆ। ਪਰ ਜਦੋਂ ਉਸ ਨੂੰ ਜਗਨਨਾਥਪੁਰੀ ਮੰਦਰ ਵਿੱਚ ਨਾ ਵੜਨ ਦਿੱਤਾ ਗਿਆ ਤਦ ਉਸ ਨੂੰ ਇਜ਼ਰਾਈਲ ਵਿੱਚ ਇਸਤਰੀਆਂ ਦੇ ਮੰਦਰ ਵਿੱਚ ਨਾ ਜਾ ਸਕਣ ਦੀ ਮਜਬੂਰੀ ਦਾ ਪਤਾ ਲੱਗਾ। ਪਰ ਬ੍ਰਾਹਮਣ ਤੇ ਹੋਰ ਧਾਰਮਿਕ ਲੋਕਾਂ ਨੇ ਅਸਿੱਧੇ ਤੌਰ ਤੇ ਔਰਤ ਦੀ ਹਸਤੀ ਨੂੰ ਮੰਨਿਆ ਵੀ ਹੈ। ਚਾਣਕਿਆ ਨੇ ਕਿਹਾ ਹੈ ਕਿ ਬਦਲਾ ਲੈਣ ਤੇ ਪ੍ਰੇਮ ਕਰਨ ਵਿੱਚ ਔਰਤ ਮਰਦ ਤੋਂ ਅੱਗੇ ਹੁੰਦੀ ਹੈ ਤੇ ਕਈ ਵਾਰ ਮਰਦ ਤੋਂ ਵੀ ਵੱਧ ਨਿਰਦਈ ਹੋ ਜਾਂਦੀ ਹੈ। ਜਦੋਂ ਨਦੀ ਅਤੇ ਨਾਰੀ ਕਿਨਾਰੇ ਲੰਘ ਜਾਣ ਤਾਂ ਫਿਰ ਉਹਨਾਂ ਦੀ ਕੋਈ ਹੱਦ ਨਹੀਂ ਰਹਿ ਜਾਂਦੀ। ਪ੍ਰੇਮ ਕਰਨ ਦਾ ਤਾਂ ਪਤਾ ਨਹੀਂ ਪਰ ਨਫ਼ਰਤ ਕਰਨ ਵਿੱਚ ਤਾਂ ਗੀਤਾ ਮਾਕਨ ਜੋ ਭਾਰਤ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦੀ ਧੀ ਸੀ ਨੇ ਕੋਲ ਖਲੋ ਕੇ ਸਿੱਖ ਬੀਬੀਆਂ ਦੇ ਬਲਾਤਕਾਰ ਕਰਵਾਏ ਤੇ ਕਤਲ ਕਰਵਾਏ। ਭਾਵੇਂ ਬਾਅਦ ਵਿੱਚ ਉਹ ਤੇ ਉਹਦਾ ਪਤੀ ਲਲਿਤ ਮਾਕਨ ਦੋਵੇਂ ਹੀ ਖਾੜਕੂਆਂ ਹੱਥੋਂ ਮਾਰੇ ਗਏ ਸਨ। ਹਿੰਦੂ ਵੇਦਾਂ ਵਿੱਚ ਵੀ ਇਹ ਵੀ ਲਿਖਿਆ ਹੈ ਕਿ ਜਿਸ ਦੇਸ਼ ਵਿੱਚ ਕਾਨੂੰਨ ਤੇ ਇਸਤਰੀ ਦਾ ਸਨਮਾਨ ਨਾ ਹੋਵੇ ਉਹ ਜਲਦੀ ਹੀ ਤਬਾਹ ਹੋ ਜਾਂਦਾ ਹੈ। ਪਰ ਨਾਲ ਹੀ ਬੁਰਾਈ ਕਰਨ ਲੱਗੇ ਵੀ ਉਸ ਨੂੰ ਕਈ ਗੁਣਾ ਬੁਰਾ ਬਣਾ ਦਿੰਦੇ ਹਨ। ਅਖੇ ਇੱਕ ਵੇਸਵਾ 21 ਹੋਰ ਔਰਤਾਂ ਨੂੰ ਵੇਸਵਾ ਬਣਾਉਂਦੀ ਹੈ ਤਾਂ ਕਿ ਲੋਕ ਉਸ ਇਕੱਲੀ ਨੂੰ ਵੇਸਵਾ ਨਾ ਆਖਣ। ਤੁਲਸੀਦਾਸ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਦੇ ਅਧਿਕਾਰੀ ਅਰਥਾਤ ਨਾਰੀ ਨੂੰ ਵੀ ਗਵਾਰਾਂ ਪਸ਼ੂਆਂ ਤੇ ਦੂਜਿਆਂ ਨਾਲ ਮਿਲਾ ਦਿੱਤਾ। ਚੀਨ ਵਿੱਚ ਤਾਂ ਜੰਮਦੀ ਲੜਕੀ ਨੂੰ ਹੀ ਲੋਹੇ ਦੀ ਜੁੱਤੀ ਪਵਾ ਦਿੱਤੀ ਜਾਂਦੀ ਸੀ। ਉਹ ਲੜਕੀ ਤਾਂ ਭਰ ਜਵਾਨ ਹੋ ਜਾਂਦੀ ਸੀ ਪਰ ਪੈਰ ਨਿੱਕੇ ਨਿੱਕੇ ਜਿਹੇ ਬੱਚਿਆਂ ਦੇ ਪੈਰਾਂ ਵਰਗੇ ਹੀ ਰਹਿੰਦੇ। ਉਹ ਵਿਚਾਰੀ ਤੁਰ ਕੇ ਕਿਤੇ ਦੂਰ ਨਹੀਂ ਜਾ ਸਕਦੀ ਸੀ, ਬਸ ਕੰਧਾਂ ਕੌਲਿਆਂ ਨੂੰ ਫੜ ਫੜ ਕੇ ਹੀ ਥੋੜੀ ਦੂਰ ਤੱਕ ਜਾ ਸਕਦੀ ਸੀ। ਇਸ ਪਿੱਛੇ ਭਾਵਨਾ ਇਹ ਸੀ ਕਿ ਇਹ ਐਵੇਂ ਕਿਤੇ ਦੁੜੰਗੇ ਨਾ ਮਾਰਦੀ ਫਿਰੇ, ਮਤਾਂ ਕਿਤੇ ਇਹਦੀ ਕਿਸੇ ਹਰਕਤ ਕਰਕੇ ਪਰਿਵਾਰ ਨੂੰ ਬੇਇੱਜ਼ਤੀ ਦਾ ਮੂੰਹ ਵੇਖਣਾ ਪਵੇ। ਪਰ ਭਾਰਤ ਵਿੱਚ ਵੀ ਤਾਂ ਸੀਤਾ ਨੂੰ ਉਧਾਲਿਆ ਗਿਆ ਤੇ ਉਸ ਦੀ ਅਗਨੀ ਪ੍ਰੀਖਿਆ ਲੈ ਕੇ ਬਖਸ਼ਿਆ ਫਿਰ ਵੀ ਨਾ ਗਿਆ ਤੇ ਦ੍ਰੋਪਦੀ ਨੂੰ ਨੰਗਾ ਕੀਤਾ ਗਿਆ। ਪਤੀ ਦੀ ਮੌਤ ਤੇ ਕਈਆਂ ਨੂੰ ਨਾਲ ਸਤੀ ਕੀਤਾ ਗਿਆ। ਗਾਂਧੀ ਵਰਗਾ ਲੀਡਰ ਵੀ ਦੱਖਣੀ ਅਫਰੀਕਾ ਵਿੱਚ ਵਿਚਾਰੀ 8 ਮਹੀਨੇ ਦੀ ਗਰਭਵਤੀ ਕਸਤੂਬਰਾ ਕੋਲੋਂ ਘਰ ਆਏ ਮਹਿਮਾਨਾਂ ਦੀ ਟੱਟੀ ਧਵਾਉਂਦਾ ਹੁੰਦਾ ਸੀ ਤੇ ਜੇ ਉਹ ਵਿਚਾਰੀ ਰੋਂਦੀ ਤਾਂ ਕਹਿੰਦਾ ਸੀ ਰੋਈਦਾ ਨਹੀਂ, ਘਰ ਆਏ ਮਹਿਮਾਨ ਦੀ ਸੇਵਾ ਹੱਸ ਕੇ ਕਰੀਦੀ ਹੈ। ਗਾਂਧੀ ਕਈ ਵਾਰ ਕਸਤੂਰਬਾ ਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਤੇ ਉਸ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਕਈ ਵਾਰ ਹੋਇਆ ਸੀ। ਜੌਨ ਆਫ ਆਰਕ ਇੱਕ ਮਹਾਨ ਔਰਤ ਹੋਈ ਹੈ।
ਉਹ ਬਹੁਤ ਹੀ ਬੁੱਧੀਮਾਨ ਤੇ ਹੌਸਲੇ ਵਾਲੀ ਮੁਟਿਆਰ ਸੀ ਤੇ ਦੇਸ਼ ਦੀ ਆਜ਼ਾਦੀ ਖਾਤਰ ਲੜੀ ਸੀ। ਪੌਪ ਨੇ ਉਸ ਨੂੰ ਸਿਰਫ ਇਸ ਕਰਕੇ ਮਰਵਾ ਦਿੱਤਾ ਸੀ ਕਿਉਂਕਿ ਉਸ ਨਾਲੋਂ ਜ਼ਿਆਦਾ ਪ੍ਰਸਿੱਧੀ ਹਾਸਲ ਕਰ ਗਈ ਸੀ। ਉਸ ਵਿਚਾਰੀ ਨੂੰ ਜਿਉਂਦਿਆਂ ਸਾੜ ਦਿੱਤਾ ਗਿਆ ਤੇ ਦੂਸ਼ਣ ਇਹ ਲਾਇਆ ਗਿਆ ਕਿ ਇਹ ਡੈਣ ਹੈ ਤੇ ਇਸ ਦੇ ਸ਼ੈਤਾਨ ਨਾਲ ਕਾਮ ਸੰਬੰਧ ਹਨ। ਹੁਣ 300 ਸਾਲ ਬਾਅਦ ਲੋਕਾਂ ਦੇ ਦਬਾਅ ਅੱਗੇ ਝੁਕ ਕੇ ਇੱਕ ਦੂਸਰੇ ਪੌਪ ਨੇ ਉਸ ਨੂੰ ਇੱਕ ਮਹਾਨ ਸੰਤ ਐਲਾਨ ਕੀਤਾ ਹੈ ਤੇ ਉਸ ਦੀਆਂ ਹੱਡੀਆਂ ਨੂੰ ਕਬਰ ਵਿੱਚੋਂ ਕੱਢ ਕੇ ਪੂਜਿਆ ਹੈ ਤੇ ਉਸ ਦੀ ਯਾਦ ਵਿੱਚ ਇੱਕ ਆਲੀਸ਼ਾਨ ਗਿਰਜਾ ਬਣਵਾਇਆ। ਹੁਣ ਉਸ ਨੂੰ ਸੰਤ ਜੌਨ ਆਫ ਆਰਕ ਕਿਹਾ ਜਾਂਦਾ ਹੈ। ਇਕੱਲਾ ਜੌਨ ਆਫ ਆਰਕ ਨਹੀਂ, ਬਾਈਬਲ ਵਿੱਚ ਇਹ ਲਿਖਿਆ ਹੈ ਕਿ ਈਸਾ ਕੁਆਰੀ ਮਾਂ ਮਰੀਮ ਦੇ ਪੇਟੋਂ ਜੰਮਿਆ ਸੀ। ਸਾਰੀ ਦੁਨੀਆ ਦੀ ਮੈਡੀਕਲ ਸਾਇੰਸ ਇਹ ਗੱਲ ਨਹੀਂ ਮੰਨਦੀ। ਸ਼ਰਮ ਦੇ ਮਾਰੇ ਇੱਕ ਅਮਰੀਕਨ ਨੇ ਇਹ ਸ਼ਬਦ ਕੱਢਣੇ ਚਾਹੇ ਪਰ ਉਸ ਨੂੰ ਸਫਲਤਾ ਨਾ ਮਿਲੀ ਕਿਉਂਕਿ ਇਸ ਤਰ੍ਹਾਂ ਬੇਸ਼ੱਕ ਇੱਕ ਤੱਤ ਹੀ ਹਟਾ ਦਿੱਤਾ ਜਾਵੇ ਤਾਂ ਈਸਾਈਅਤ ਦਾ ਸਾਰਾ ਮਹਿਲ ਹੀ ਢਹਿ ਢੇਰੀ ਹੋ ਜਾਵੇਗਾ। ਬੋਧੀ ਕਹਿੰਦੇ ਹਨ 4 ਫੁੱਟ ਤੋਂ ਅੱਗੇ ਨਾ ਵੇਖੋ। ਜੇ ਕੋਈ ਔਰਤ ਦਿਸ ਵੀ ਪਵੇ ਤਾਂ ਸਿਰਫ ਉਸ ਦੇ ਪੈਰ ਹੀ ਦਿਸਣ ਤਾਂ ਕਿ ਸਾਰੀ ਔਰਤ ਦਿਖ ਜਾਣ ਤੇ ਕਿਤੇ ਕਾਮ ਹੀ ਨਾ ਉਪਜ ਪਵੇ। ਜੇ ਔਰਤ ਤੇ ਮਰਦ ਦਾ ਕੁਦਰਤੀ ਮੇਲ ਨਾ ਹੋਵੇ ਤਾਂ ਬੋਧੀ ਜੰਮਣ ਹੀ ਕਿੱਥੋਂ। ਜੀਸਸ ਦੀ ਬਹੁਤੀ ਵਿਰੋਧਤਾ ਇੱਕ ਵੇਸਵਾ ਮੈਰੀ ਮੈਕ ਦੀ ਲੇਨ ਦੇ ਘਰ ਰੁਕਣ ਕਰਕੇ ਹੀ ਹੋਈ ਸੀ। ਲੋਕਾਂ ਨੇ ਜੀਸਸ ਨੂੰ ਆਖਿਆ ਕਿ ਮੈਰੀ ਮੈਕ ਦੀ ਲੇਨ ਨੂੰ ਛੱਡ ਦੇ ਪਰ ਜੀਸਸ ਨਾ ਮੰਨਿਆ। ਇਹ ਕਦਰ ਸੀ ਉਸ ਵੇਲੇ ਦੀ ਔਰਤ ਦੀ। ਬੁੱਧ ਨੇ ਬਹੁਤ ਸਮੇਂ ਤੱਕ ਔਰਤ ਨੂੰ ਦੀਕਸ਼ਾ ਨਹੀਂ ਦਿੱਤੀ ਕਿਉਂਕਿ ਔਰਤ ਛੇਤੀ ਕੀਤੇ ਗੁਰੂ ਨਹੀਂ ਬਣ ਸਕਦੀ। ਚੇਲੀ ਬਹੁਤ ਛੇਤੀ ਬਣ ਜਾਂਦੀ ਹੈ। ਇਸਤਰੀ ਦੀ ਉਤਸੁਕਤਾ ਆਪਣੇ ਤੱਕ ਹੀ ਹੁੰਦੀ ਹੈ। ਇਸਤਰੀ ਅੰਤਰਮੁਖੀ ਹੁੰਦੀ ਹੈ ਜਦੋਂ ਕਿ ਮਨੁੱਖ ਬਾਹਰਮੁਖੀ ਹੁੰਦਾ। ਔਰਤ ਲਈ ਗੁਰੂ ਬਣਨਾ ਉਨਾ ਹੀ ਔਖਾ ਹੁੰਦਾ ਜਿੰਨਾ ਬੰਦੇ ਲਈ ਮਾਂ ਬਣਨਾ। ਇਸਤਰੀ ਆਪਣੇ ਘਰ ਜਾਂ ਵੱਧ ਤੋਂ ਵੱਧ ਗੁਆਂਢੀਆਂ ਤੱਕ ਰੁਚੀ ਰੱਖਦੀ ਹੈ ਪਰ ਮਰਦ ਤਾਂ ਦੂਜੇ ਮੁਲਕਾਂ ਤੱਕ ਵੀ ਰੁਚੀ ਰੱਖਦਾ ਹੈ। ਨੈਪੋਲੀਅਨ ਦੀ ਪਤਨੀ ਦਾ ਨਾਮ ਜੋਸੇਫਾਈਨ ਸੀ। ਉਸਨੇ ਸਾਰੀ ਜ਼ਿੰਦਗੀ ਉਹਦੇ ਤੇ ਇਤਬਾਰ ਨਾ ਕੀਤਾ। ਇਸੇ ਤਰ੍ਹਾਂ ਹਿਟਲਰ ਨੇ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ। ਉਸ ਨੂੰ ਸ਼ੱਕ ਸੀ ਕਿ ਕਿਤੇ ਇਹ ਦੁਸ਼ਮਣ ਨਾਲ ਮਿਲੀ ਹੋਈ ਨਾ ਹੋਵੇ ਤੇ ਜਦੋਂ ਵਿਆਹ ਕਰਵਾਇਆ ਕੁਝ ਮਿੰਟਾਂ ਬਾਅਦ ਹੀ ਦੋਵਾਂ ਨੇ ਆਤਮ ਹੱਤਿਆ ਕਰ ਲਈ। ਆਕਸਫੋਰਡ ਯੂਨੀਵਰਸਿਟੀ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਅਸੀਂ ਮੁਲਕ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਨਹੀਂ ਦੇਣੀ। ਇੰਗਲੈਂਡ ਵਿੱਚ ਮਰਦ ਤੇ ਔਰਤ ਨੂੰ ਬਰਾਬਰ ਦਾ ਦਰਜਾ ਹੈ ਪਰ ਕਦੇ ਵੀ ਕਿਸੇ ਨੇ ਇੰਗਲੈਂਡ ਦੀ ਕਿਸੇ ਦੁਕਾਨ ਦਾ ਨਾਂ ਜੌਨ ਐਂਡ ਡਾਟਰ ਨਹੀਂ ਵੇਖਿਆ ਹੋਣਾ ਜਦੋਂ ਕਿ ਫਲਾਣਾ ਐਂਡ ਸਨ ਫਲਾਣਾ ਐਂਡ ਸੰਜ਼ ਆਮ ਨਾਮ ਹਨ। ਕਈ ਦੇਸ਼ਾਂ ਵਿੱਚ ਔਰਤ ਨੂੰ ਅਜੇ ਵੀ ਕੁਦਰਤ ਦੀ ਮਜ਼ੇਦਾਰ ਗਲਤੀ ਕਿਹਾ ਜਾਂਦਾ ਹੈ। ਕਿਲੋਪੈਟਰਾ ਦੁਨੀਆ ਦੀ ਖੂਬਸੂਰਤ ਔਰਤ ਗਿਣੀ ਗਈ। ਪੂਰੇ ਅੱਧੇ ਦਿਨ ਵਿੱਚ ਉਹ ਆਪਣਾ ਮੇਕਅਪ ਕਰਦੀ ਸੀ ਪਰ ਉਸ ਦਾ ਜੋ ਹਸ਼ਰ ਹੋਇਆ ਉਸ ਦੇ ਬਾਹਾਂ ਕੱਟੇ ਬੁੱਤ ਨੂੰ ਵੇਖ ਕੇ ਹੀ ਸਮਝ ਲੱਗ ਜਾਂਦੀ। ਆਮ ਤੌਰ ਤੇ ਜੇ ਕਿਤੇ ਝਗੜੇ ਦੀ ਗੱਲ ਹੋਵੇ ਤਾਂ ਲੋਕ ਕਹਿੰਦੇ ਹਨ ਝਗੜੇ ਦੀ ਜੜ 3 ਜਰ ਜੋਰੂ ਔਰ ਜ਼ਮੀਨ ਅਰਥਾਤ ਔਰਤ ਨੂੰ ਵੀ ਪੈਸੇ ਧੇਲੇ ਤੇ ਜ਼ਮੀਨ ਵਰਗੀਆਂ ਜੜ ਚੀਜ਼ਾਂ ਨਾਲ ਗਿਣ ਲਿਆ ਜਾਂਦਾ ਹੈ। ਔਰਤ ਨੂੰ ਬਦਨਾਮ ਕਰਨ ਲਈ ਵੀ ਬਹੁਤ ਗੱਲਾਂ ਪ੍ਰਚਲਿਤ ਹਨ। ਜਿਵੇਂ ਕਈਆਂ ਫਿਲਾਸਫਰਾਂ ਨੇ ਕਿਹਾ ਹੈ ਕਿ ਆਪਣੇ ਘਰ ਦੀ ਔਰਤ ਨੂੰ ਸੱਚ ਨਾ ਦੱਸਣਾ ਸੀਨੇ ਵਿੱਚ ਬਿੱਛੂ ਪਾਲਣ ਦੇ ਬਰਾਬਰ ਹੈ। ਪਰ ਮੁਸੀਬਤ ਨਾਂ ਦੀ ਚੀਜ਼ ਵੀ ਔਰਤ ਹੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ ਜੁੱਤੀ ਤੇ ਜਨਾਨੀ ਜਿੰਨੀ ਨੇੜੇ ਹੋਵੇ ਓਨਾ ਹੀ ਚੰਗਾ ਹੁੰਦਾ। ਰੰਨ ਗਿਆਨਣ ਭੇਡ ਇਸ਼ਨਾਨਣ ਹਿੰਦੂ ਧਰਮ ਵਿੱਚ ਇਹ ਗੱਲ ਆਮ ਮਸ਼ਹੂਰ ਰਹੀ ਹੈ। ਮੁਸਲਮਾਨਾਂ ਨੇ ਔਰਤ ਨੂੰ ਤਬਾਹਬਾਨੋ ਵੀ ਕਿਹਾ ਹੈ। ਉਹਨਾਂ ਦਾ ਖਿਆਲ ਹੈ ਕਿ ਔਰਤ ਨੁਕਸਾਨ ਵਾਲਾ ਕੰਮ ਕਰਨ ਦੀ ਜ਼ਿੰਮੇਵਾਰ ਹੁੰਦੀ ਭਾਵੇਂ ਸਾਰਾ ਕੰਮ ਉਸ ਦਾ ਖਾਵੰਦ ਹੀ ਕਿਉਂ ਨਾ ਕਰੇ। ਪੂਰੀ ਦੁਨੀਆ ਵਿੱਚ ਔਰਤ ਨੂੰ ਤਿਰਸਕਾਰ ਭਰੀ ਨਜ਼ਰ ਨਾਲ ਹੀ ਵੇਖਿਆ ਗਿਆ ਹੈ ਪਰ ਸਿੱਖ ਬੀਬੀਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਜਿੰਨੀ ਆਜ਼ਾਦੀ ਉਹਨਾਂ ਨੂੰ ਸਿੱਖ ਧਰਮ ਨੇ ਦਿੱਤੀ ਹੈ ਉਨੀ ਆਜ਼ਾਦੀ ਤਾਂ ਅੱਜ ਯੂਰਪੀਅਨ ਦੇਸ਼ਾਂ ਵਿੱਚ ਵੀ ਅਜੇ ਵੀ ਨਹੀਂ ਮਿਲੀ। ਸਿੱਖ ਧਰਮ ਵਿੱਚ ਕਿੱਥੇ ਲਿਖਿਆ ਹੈ ਕਿ ਔਰਤ ਜਥੇਦਾਰ ਬਣ ਕੇ ਫੌਜ ਦੀ ਕਮਾਂਡ ਨਹੀਂ ਕਰ ਸਕਦੀ। ਇਹ ਕਿੱਥੇ ਲਿਖਿਆ ਹੈ ਕਿ ਉਸ ਨੂੰ ਮੁਨਸਬ ਬਣ ਕੇ ਨਿਆਂ ਕਰਨ ਦਾ ਹੱਕ ਨਹੀਂ। ਇਹ ਕਿੱਥੇ ਲਿਖਿਆ ਹੈ ਕਿ ਉਹ ਘਰ ਦੀ ਚਾਰ ਦੀਵਾਰੀ ਵਿੱਚੋਂ ਨਿਕਲ ਕੇ ਰਾਜ ਕਾਜ ਦਾ ਕੰਮ ਨਹੀਂ ਸੰਭਾਲ ਸਕਦੀ। ਜੋ ਹੱਕ ਹਕੂਕ ਸਿੱਖ ਮਰਦ ਨੂੰ ਹਨ ਉਹੀ ਸਿੱਖ ਬੀਬੀਆਂ ਨੂੰ ਵੀ ਹਨ।
ਪਰ ਸਿੱਖ ਧਰਮ ਦਾ ਬੇੜਾ ਜਿੰਨਾ ਅੱਜ ਸਿੱਖ ਬੀਬੀਆਂ ਨੇ ਗਰਕ ਕੀਤਾ ਹੈ, ਉਹਨਾਂ ਸ਼ਾਇਦ ਸਿੱਖਾਂ ਨੇ ਵੀ ਨਹੀਂ ਕੀਤਾ। ਸ਼ਹਿਰਾਂ ਵਿੱਚ ਇਹ ਕਰਵਾ ਚੌਥ ਦੇ ਵਰਤ ਰੱਖਦੀਆਂ ਹਨ, ਵੀਰੋ ਕੁੜੀ ਦਾ ਕਰਬੜਾ ਵਟਾਉਂਦੀਆਂ ਹਨ, ਭਰਵੱਟੇ ਮਲਵਾਉਂਦੀਆਂ ਹਨ। ਵਿਆਹ ਤੋਂ ਇੱਕ ਦਿਨ ਪਹਿਲਾਂ ਜਾਂ ਵਿਆਹ ਵਾਲੇ ਦਿਨ ਹੀ ਬਿਊਟੀ ਪਾਰਲਰ ਜਾ ਕੇ ਉਹ ਸਭ ਕੁਝ ਕਰਵਾਉਂਦੀਆਂ ਹਨ ਜੋ ਸਿੱਖ ਧਰਮ ਵਿੱਚ ਮਨ੍ਹਾ ਹੈ। ਅੱਧੇ ਨਾ ਰੱਖਣੇ, ਅੱਗੇ ਬੱਚਿਆਂ ਨੂੰ ਵੀ ਸਿੱਖੀ ਤੋਂ ਪਤਿਤ ਕਰਕੇ ਹਿੰਦੂਤਾ ਵੱਲ ਮੋੜਨਾ, ਜਾਣ ਬੁੱਝ ਕੇ ਪੰਜਾਬੀ ਦੀ ਥਾਂ ਹਿੰਦੀ ਬੋਲਣੀ। ਜੇ ਇਹ ਚਾਹੁੰਦੀਆਂ ਤੇ ਸਿੱਖ ਧਰਮ ਵੱਲੋਂ ਬਖਸ਼ੀ ਗਈ ਵਡਿਆਈ ਦਾ ਬਦਲਾ ਚੁਕਾਉਣ ਲਈ ਆਪਣੇ ਪਿਓਆਂ, ਪਤੀਆਂ ਤੇ ਭਰਾਵਾਂ ਨੂੰ ਵੀ ਪਤਿਤ ਹੋਣ ਤੋਂ ਵਰਜ ਸਕਦੀਆਂ ਸਨ। ਜੇ ਮਾਈ ਭਾਗੋ ਬੇਦਾਵਾ ਦੇ ਆਏ ਸਿੰਘਾਂ ਦੀ ਅਗਵਾਈ ਕਰਕੇ ਟੁੱਟੀ ਗੰਢ ਸਕਦੀ ਸੀ ਤਾਂ ਇਹ ਕਿਉਂ ਨਹੀਂ ਸਨ ਕੁਝ ਕਰ ਸਕਦੀਆਂ। ਸਿੱਖ ਧਰਮ ਵਿੱਚ ਸਿੱਖ ਬੀਬੀਆਂ ਨੂੰ ਬਹੁਤ ਉੱਚਾ ਦਰਜਾ ਪ੍ਰਾਪਤ ਹੈ, ਪਰ ਇਸ ਧਰਮ ਦੇ ਅਹਿਸਾਨਮੰਦ ਹੋਣ ਦੀ ਥਾਂ ਇਹ ਉਸ ਧਰਮ ਵੱਲ ਵੱਧ ਪ੍ਰੇਰਿਤ ਹੁੰਦੀਆਂ ਹਨ ਜਿੱਥੇ ਔਰਤ ਨੂੰ ਪੈਰ ਦੀ ਜੁੱਤੀ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਇਹ ਫਰਮਾਇਸ਼ ਕਰਦੀਆਂ ਹਨ ਆਪਣੇ ਪਿਓ ਨੂੰ ਤੇ ਉਹ ਰੱਚੜ 3 ਗਿੱਠ ਲੰਬੀ ਦਾੜੀ ਲੈ ਕੇ, ਗਾਤਰੇ ਕਿਰਪਾਨ ਪਾ ਕੇ, ਹੱਥ ਵਿੱਚ ਝੋਲਾ ਫੜ ਕੇ ਇਹਨਾਂ ਲਈ ਕਰਵਾ ਚੌਥ ਤੇ ਹੋਰ ਕਈ ਤਰ੍ਹਾਂ ਦੇ ਵਰਤ ਰੱਖਣ ਲਈ ਬਾਜ਼ਾਰੋਂ ਫੈਣੀਆਂ ਤੇ ਖੇਸਵਾ ਖਰੀਦਦਾ ਫਿਰਦਾ ਹੈ। ਅੱਜ ਇਹਨਾਂ ਸ਼ਹਿਰੀ ਲੋਕਾਂ ਨੇ ਰਲ ਮਿਲ ਕੇ ਸਿੱਖ ਧਰਮ ਨੂੰ ਹਾਸੋਹੀਣਾ ਬਣਾ ਧਰਿਆ। ਵੀਰੋ ਕੁੜੀਓ ਕਰਬੜਾ, ਵਾਣ ਪੈਰ ਪਾਈ ਨਾ, ਸੁੱਤੇ ਨੂੰ ਜਗਾਈ ਨਾ। ਜਦੋਂ ਇਹ ਸਾਰੇ ਖੇਖਣ ਹੋ ਰਹੇ ਹੁੰਦੇ ਹਨ ਤਾਂ ਘਰ ਦੇ ਮਰਦ ਵੀ ਕੁੱਤੇ ਵਾਂਗ ਦੰਦੀਆਂ ਕੱਢ ਕੱਢ ਕੇ ਹੱਸ ਰਹੇ ਹੁੰਦੇ ਹਨ। ਗੁਰਦੁਆਰੇ ਦੇ ਭਾਈ ਗੁਰਦੁਆਰਿਆਂ ਵਿੱਚ ਵੀਰੋ ਕੁੜੀ ਦੀ ਕਥਾ ਸੁਣਾਉਂਦੇ ਹਨ। ਮੇਰੇ ਪਿੰਡ ਦੇ ਗੁਰਦੁਆਰੇ ਵਿੱਚ ਭਾਈ ਹਰਨਾਮ ਸਿੰਘ ਨੇ ਵੀਰੋ ਕੁੜੀ ਦੀ ਕਥਾ ਸ਼ਰੇਆਮ ਸੁਣਾਈ ਸੀ। ਲਾਂਤ ਹੈ ਇਹੋ ਜਿਹੇ ਸਿੱਖਾਂ ਦੇ, ਝੂਠ ਕਿਸੇ ਥਾਂ ਦੀ। ਜਿਹੜੀਆਂ ਸਿੱਖ ਬੀਬੀਆਂ ਇਹ ਸਾਰੇ ਬ੍ਰਾਹਮਣਵਾਦੀ ਟਸ਼ਨ ਕਰਦੀਆਂ ਹਨ ਉਹ ਸਭ ਅਕਿਰਤਕਣ ਹਨ, ਜਿਨ੍ਹਾਂ ਤੇ ਸਿੱਖ ਧਰਮ ਵਿੱਚ ਕੋਈ ਪਾਬੰਦੀ ਨਹੀਂ। ਫਿਰ ਵੀ ਇਹ ਹਿੰਦੂ ਔਰਤਾਂ ਦੀ ਵੇਖਾ ਵੇਖੀ ਭੱਜ ਭੱਜ ਕੇ ਹਿੰਦੂ ਧਰਮ ਵੱਲ ਚਲੀਆਂ ਗਈਆਂ ਹਨ ਤੇ ਅੱਜ ਸਿੱਖ ਸਮੇਤ ਇਹ ਵੀ ਹਿੰਦੂ ਅਜਗਰ ਦੇ ਮੂੰਹ ਵਿੱਚ ਹਨ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ, ਭਾਗ 5ਵਾਂ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।